ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ 12 ਤਰੀਕ ਨੂੰ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਹੈ। ਸੋ 2 ਕੁ ਦਿਨ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿਫਤ ਵਡਿਆਈ ਗੁਰੂ ਜੀ ਦੀ ਕਥਾ ਸਰਵਣ ਕਰਨੀ ਹੈ। ਭਾਵੇਂ ਕਿ ਲੜੀਵਾਰ ਕਥਾ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਚੱਲ ਰਹੀ ਹੈ। ਲੜੀਵਾਰ ਕਥਾ ਨੂੰ ਵਿਰਾਮ ਦੇ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕਥਾ ਆਪਾਂ ਪਿਆਰ ਨਾਲ ਸਰਵਣ ਕਰੀਏ। ਆਓ ਪਹਿਲਾਂ ਬੜੇ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਉਂਦੇ ਸਾਲ ਨੂੰ 2021 ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਆਗਮਨ ਗੁਰਪੁਰਬ ਆਉਣਾ ਹੈ। ਜਿਵੇਂ ਪੰਥ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਿਛਲੇ ਸਾਲ 550 ਸਾਲਾ ਆਗਮਨ ਗੁਰਪੁਰਬ ਮਨਾਇਆ, ਇਸੇ ਤਰ੍ਹਾਂ 2021 ਦੇ ਵਿੱਚ ਪੂਰਨ ਸ਼ਤਾਬਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੀ ਬਣਦੀ ਹੈ। ਅਪ੍ਰੈਲ ਦੇ ਮਹੀਨੇ ਦੇ ਵਿੱਚ 1621 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਔਰ ਸਾਧ ਸੰਗਤ ਜੀ, ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਐਸੇ ਸਤਿਗੁਰੂ ਹਨ ਜਿਨ੍ਹਾਂ ਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਗਮਨ ਹੋਇਆ। ਇਹਦੇ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਹੈ, ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਵਡਾਲੀ ਵਿਖੇ ਅਵਤਾਰ ਧਾਰਨ ਕੀਤਾ ਹੈ। ਉਹ ਵੀ ਜ਼ਿਲ੍ਹਾ ਬਸ ਅੰਮ੍ਰਿਤਸਰ ਪੈਂਦਾ ਹੈ, ਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ। ਇੱਕ ਦੋ ਬਚਨ ਕਹਿ ਕੇ ਫਿਰ ਇੱਕ ਪ੍ਰਸੰਗ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਣੀ ਹੈ। ਸਾਧ ਸੰਗਤ ਜੀ, ਜਿਸ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ, ਅੰਮ੍ਰਿਤ ਵੇਲਾ ਸੀਗਾ। ਹਰਿਮੰਦਰ ਸਾਹਿਬ ਦੇ ਬਿਲਕੁਲ ਲਾਗੇ ਅਸਥਾਨ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਮਹਿਲ। ਗੁਰੂ ਕਾ ਮਹਿਲ ਅਸਥਾਨ ਉਹ ਅਸਥਾਨ ਹੈ ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਾਤ ਦੇ ਸਮੇਂ ਵਿਸ਼ਰਾਮ ਕਰਦੇ ਸਨ। ਹਰਿਮੰਦਰ ਸਾਹਿਬ ਸੰਗਤਾਂ ਆਉਂਦੀਆਂ ਨੇ, ਦਰਬਾਰ ਸੱਜਦਾ ਹੈ, ਬੜੇ ਵੱਡੇ ਪੱਧਰ ਤੇ ਪ੍ਰਚਾਰ ਹੁੰਦਾ ਹੈ, ਪਰ ਉਹ ਹਰਿਮੰਦਰ ਸਾਹਿਬ ਦੀਵਾਨ ਅਸਥਾਨ ਸੀ ਜਿਹੜਾ ਸਤਿਗੁਰੂ ਦਾ ਨਿੱਜੀ ਘਰ ਸੀਗਾ। ਉਹ ਸਾਧ ਸੰਗਤ ਜੀ ਗੁਰਦੁਆਰਾ ਗੁਰੂ ਕੇ ਮਹਿਲ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤ ਵੇਲੇ ਦਾ ਸਮਾਂ, ਅਜੇ ਦਿਨ ਨਹੀਂ ਚੜ੍ਹਿਆ, ਸੂਰਜ ਦਾ ਪ੍ਰਕਾਸ਼ ਹੋਣਾ ਹੈ। ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਵਿੱਚ ਸੁਣ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਸੰਗਤ ਦੇ ਵਿੱਚ ਬੈਠੇ ਹੋਏ ਹੈ। ਬਾਬਾ ਭਾਈ ਬਿਧੀ ਚੰਦ ਸਾਹਿਬ ਜੀ ਸੰਗਤ ਦੇ ਵਿੱਚ ਬੈਠੇ ਹੋਏ ਹੈ। ਭਾਈ ਗੁਰਦਾਸ ਸਾਹਿਬ ਜੀ ਸੰਗਤ ਵਿੱਚ ਬੈਠੇ ਹੋਏ ਹੈ। ਇੱਕ ਸਿੱਖ ਆਇਆ ਗੁਰੂ ਕੇ ਮਹਿਲੋਂ, ਅੰਮ੍ਰਿਤ ਵੇਲੇ ਆ ਕੇ ਉਹਨੇ ਸਤਿਗੁਰੂ ਜੀ ਨੂੰ ਵਧਾਈ ਦਿੱਤੀ ਹੈ। ਮੇਵੜਾ ਸਿੱਖ ਆਇਆ, ਉਹਨੇ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਵਧਾਈ ਹੋਵੇ, ਆਪ ਜੀ ਦੇ ਘਰ 5ਵੇਂ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੈ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ 4 ਸਪੁੱਤਰਾਂ ਦਾ ਜਨਮ ਹੋ ਚੁੱਕਾ ਸੀ, ਜਿਨ੍ਹਾਂ ਵਿੱਚੋਂ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਸਾਹਿਬ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰਾ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੰਗਤ ਜੀ 3 ਮਹਿਲ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ, ਔਰ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਪਹਿਲਾਂ ਬਾਬਾ ਅਟਲ ਰਾਏ ਸਾਹਿਬ ਜੀ ਦਾ ਵੀ ਆਗਮਨ ਹੋਇਆ। ਸਿੱਖ ਨੇ ਆ ਕੇ ਵਧਾਈ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਨੂੰ ਵਧਾਈ ਹੋਵੇ, ਆਪ ਜੀ ਦੇ ਗ੍ਰਹਿ ਵਿਖੇ
ਅੱਜ ਪੰਜਵੇਂ ਸਪੁੱਤਰ ਦਾ ਆਗਮਨ ਹੋਇਆ, ਸਾਹਿਬਜ਼ਾਦਾ ਜੀ ਆਏ ਹਨ। ਪਿਆਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਸਾ ਨਹੀਂ ਕੀਤਾ ਕਿ ਪੁੱਤਰ ਦੇ ਜਨਮ ਦੀ ਖਬਰ ਮਿਲੀ ਹੈ ਕੀਰਤਨ ਵਿੱਚ ਹੀ ਛੱਡ ਕੇ ਚਲੇ ਜਾਈਏ। ਇੱਥੇ ਮੈਂ ਬੇਨਤੀ ਕਰਾਂ, ਮੇਰੇ ਵਰਗੇ ਜਿਹੜੇ ਮਨੁੱਖ ਹੁੰਦੇ ਆ, ਉਹਨਾਂ ਨੂੰ ਖੁਸ਼ੀ ਦਾ ਸਮਾਂ ਮਿਲੇ, ਸਮਾਚਾਰ ਮਿਲੇ, ਦੁੱਖ ਦਾ ਸਮਾਚਾਰ ਮਿਲੇ, ਕਥਾ ਕੀਰਤਨ ਗੁਰਬਾਣੀ ਦਾ ਨਿਤਨੇਮ ਵੀ ਵਿੱਚ ਹੀ ਛੱਡ ਕੇ ਚਲੇ ਜਾਂਦੇ ਆ। ਇਹਦੇ ਤੋਂ ਵੱਡੀ ਖੁਸ਼ੀ ਕੀ ਹੋਏਗੀ ਕਿ ਘਰ ਵਿੱਚ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰਨਾ ਪਾਇਆ। ਕੀ ਪੂਰਨਾ ਪਾਇਆ? ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਹਰਮੰਦਰ ਸਾਹਿਬ ਦੇ ਵਿੱਚ ਖਲੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦੀ ਅਰਦਾਸ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਘਰ ਗਏ ਹਨ। ਨਾਲ ਕੌਣ ਕੌਣ ਗਿਆ? ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਘਰ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਗਏ ਹਨ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਗਏ ਹਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਗਏ ਹੈ। ਹੋਰ ਸਿੱਖ ਗਏ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਹੱਥਾਂ ਵਿੱਚ ਲੈ ਕੇ ਇਤਿਹਾਸਕਾਰ ਲਿਖਦੇ ਆ, ਕਹਿੰਦੇ ਜਿੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸਨ ਨਾ, ਮਹਾਰਾਜ ਦੇ ਚਰਨਾਂ ਵੱਲ ਵੇਖ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰ ਝੁਕਾਇਆ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਦੇਖਿਆ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੀ ਦੇਖਿਆ। ਤਾਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਸ ਪੁੱਤਰ ਤੋਂ ਪਹਿਲਾਂ ਵੀ ਆਪ ਜੀ ਦੇ ਘਰ ਵਿੱਚ 4 ਪੁੱਤਰਾਂ ਦਾ ਆਗਮਨ ਹੋਇਆ, ਜਨਮ ਹੋਇਆ, ਪਰ ਤੁਸੀਂ ਕਿਸੇ ਵੀ ਪੁੱਤਰ ਦਾ ਇੰਨਾ ਸਤਿਕਾਰ ਨਹੀਂ ਕੀਤਾ, ਉਹਦੇ ਚਰਨਾਂ ਵੱਲ ਵੇਖ ਕੇ ਨਮਸਕਾਰ ਨਹੀਂ ਕੀਤੀ। ਮਹਾਰਾਜ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਸਤਿਗੁਰੂ ਇਸ ਪੁੱਤਰ ਵਿੱਚ ਕਿਹੜੀ ਖਾਸ ਗੱਲ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀਗਾ, ਉਹ ਬਚਨ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਹੈ। ਮਹਾਰਾਜ ਨੇ ਕਿਹਾ ਸੀ, ਭਾਈ ਦੀਨ ਰਛਕ ਸੰਕਟ ਹਰੈ ਯਦ ਯਹੀ ਸਦਾ ਪਹਿਚਾਨ। ਮੇਰੇ ਪੁੱਤਰ ਦੀ ਇਹ ਪਛਾਣ ਹੋਏਗੀ, ਇਹ ਮੇਰਾ ਪੁੱਤਰ ਦਿਨਾਂ ਦੇ ਸੰਕਟ ਹਰੇਗਾ। ਇਹ ਮੇਰਾ ਪੁੱਤਰ ਸੰਕਟ ਦੂਰ ਕਰਨ ਵਾਲਾ, ਜਿਹਦੀ ਕੋਈ ਸਹਾਇਤਾ ਨਹੀਂ ਕਰਦਾ, ਉਹ ਜੇ ਮੇਰੇ ਪੁੱਤਰ ਦੇ ਕੋਲ ਆਏਗਾ, ਇਹ ਮੇਰਾ ਪੁੱਤਰ ਦੂਜਿਆਂ ਦੀ ਸਹਾਇਤਾ ਕਰਨ ਵਾਲਾ ਆਇਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਦਿਨ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ, ਉਸ ਦਿਨ ਸਾਧ ਸੰਗਤ ਜੀ ਇਹ ਬਚਨ ਕੀਤੇ ਹੈ। ਸਤਿਗੁਰੂ ਜੀ ਦੇ ਬਚਪਨ ਦਾ ਨਾਮ ਜਿਹੜਾ ਰੱਖਿਆ ਗਿਆ ਹੈ, ਉਹ ਤਿਆਗ ਮੱਲ ਰੱਖਿਆ ਗਿਆ ਹੈ, ਕਿਉਂਕਿ ਅਜਿਹੇ ਨਾਮ ਪਹਿਲਾਂ ਵੀ ਪਰਿਵਾਰ ਵਿੱਚ ਸਾਹਿਬਜ਼ਾਦਿਆਂ ਦੇ ਰੱਖੇ ਗਏ ਸਨ। ਬਾਬਾ ਸੂਰਜ ਮੱਲ ਨਾਮ ਰੱਖਿਆ ਗਿਆ ਸੀ। ਇਸੇ ਹੀ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਵੀ ਤਿਆਗ ਮੱਲ ਰੱਖਿਆ ਗਿਆ ਸੀ। ਕਿਉਂ ਰੱਖਿਆ ਗਿਆ ਸੀ? ਕਿਉਂਕਿ ਸਤਿਗੁਰੂ ਜੀ ਨੇ ਆਖਿਆ ਸੀ, ਇਹ ਤਿਆਗ ਦੀ ਮੂਰਤ ਹੋਣਗੇ, ਇਹਨਾਂ ਤੋਂ ਵੱਧ ਤਿਆਗ ਨਹੀਂ ਕਿਸੇ ਵਿੱਚ ਹੋਏਗਾ। ਇਸ ਕਰਕੇ ਨਾਮ ਤਿਆਗ ਮੱਲ ਰੱਖਿਆ ਸੀਗਾ। ਮਹਾਰਾਜ ਜੀ ਦੇ ਜੀਵਨ ਵਿੱਚੋਂ ਕਈ ਘਟਨਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ, ਸੁਣ ਕੇ ਹਿਰਦੇ ਵਿੱਚ ਬੈਰਾਗ ਵੀ ਪੈਦਾ ਹੋ ਜਾਂਦਾ ਹੈ। ਹੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਆਪ ਜੀ ਦੇ ਵਿੱਚ ਕਿਤਨਾ ਤਿਆਗ ਸੀਗਾ। ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਹੈ,
ਜਦੋਂ ਵੱਡੇ ਭਰਾ ਦੀ ਬਰਾਤ ਜਾ ਰਹੀ ਸੀ, ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਰਾਤ ਨੂੰ ਵੇਖਣ ਵਾਸਤੇ ਬਹੁਤ ਸਾਰੇ ਲੋਕ ਆਏ ਆ। ਉਸ ਬਰਾਤ ਨੂੰ ਇੱਕ ਗਰੀਬ ਬੱਚਾ ਵੀ ਵੇਖ ਆਂਦਿਆ, ਜਿਹਦੇ ਤਨ ਤੇ ਸਾਧ ਸੰਗਤ ਜੀ ਕੱਪੜਾ ਕੋਈ ਨਹੀਂ ਹੈ। ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਤਿਆਗ ਮੱਲ ਜੀ ਦਾ ਜਿਹੜਾ ਧਿਆਨ ਹੈ ਨਾ, ਉਸ ਬੱਚੇ ਵੱਲ ਗਿਆ। ਉਹਨੂੰ ਜਾ ਕੇ ਪੁੱਛਿਆ, ਤੂੰ ਕੱਪੜੇ ਕਿਉਂ ਨਹੀਂ ਪਾਏ? ਉਹ ਕਹਿਣ ਲੱਗਾ, ਸਾਹਿਬਜ਼ਾਦਾ ਜੀ, ਸਾਡੇ ਘਰ ਵਿੱਚ ਤਾਂ ਰੋਟੀ ਮਸਾਂ ਪੱਕਦੀ ਹੈ, ਸਾਡੇ ਕੋਲੋਂ ਗਰੀਬਾਂ ਕੋਲੋਂ ਕੱਪੜੋਂ ਕਿੱਥੇ ਸਰਦੇ ਆ ਕੱਪੜੇ, ਜਿਹੜਾ ਅਸੀਂ ਵਧੀਆ ਵਧੀਆ ਕੱਪੜੇ ਪਾਈਏ। ਤਾਂ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਸੁਣਿਆ। ਮਹਾਰਾਜ ਜੀ ਦੇ ਹਿਰਦੇ ਵਿੱਚ ਇਤਨਾ ਤਿਆਗ ਭਾਵ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸੇ ਵੇਲੇ ਆਪਣਾ ਚੋਲਾ ਲਾ ਕੇ ਉਸ ਬੱਚੇ ਨੂੰ ਪਵਾ ਦਿੱਤਾ। ਕਿੰਨਾ ਤਿਆਗ ਹੋਏਗਾ। ਅਸੀਂ ਕਿਸੇ ਦਾ ਨੰਗੇਜ ਵੇਖੀਏ, ਅਸੀਂ ਕੋਸ਼ਿਸ਼ ਕਰਾਂਗੇ ਕਿ ਘਰੋਂ ਨੂੰ ਕੱਪੜੇ ਲਿਆ ਕੇ ਦੇ ਦਈਏ ਤਾਂ ਕਿ ਉਹਦਾ ਨੰਗੇਜ ਢੱਕਿਆ ਜਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕਿੰਨਾ ਹਿਰਦਾ ਦਰਵੀਭੂਤ ਹੋਣ ਵਾਲਾ ਹੈ, ਕਿੰਨਾ ਹਿਰਦਾ ਸਾਧ ਸੰਗਤ ਦੀ ਨਿਮਰਤਾ ਵਾਲਾ ਹੈ, ਸਤਿਗੁਰੂ ਦਾ ਹਿਰਦਾ ਕਿੰਨੇ ਤਿਆਗ ਵਾਲਾ ਹੈ। ਮਹਾਰਾਜ ਨੇ ਉਸੇ ਵੇਲੇ ਆਪਣਾ ਹੀ ਲਾ ਕੇ ਚੋਲਾ ਪਵਾ ਦਿੱਤਾ ਜੀ। ਮਾਤਾ ਨਾਨਕੀ ਜੀ ਨੇ ਦੇਖਿਆ। ਮਾਤਾ ਨਾਨਕੀ ਜੀ ਪੁੱਛਦੇ ਆ, ਲਾਲ ਜੀ, ਜਿਹੜੇ ਬਸਤਰ ਤੁਹਾਡੇ ਤਨ ਤੇ ਪਵਾਏ ਸੀ, ਬਸਤਰ ਕਿੱਥੇ ਗਏ ਆ? ਕਹਿਣ ਲੱਗੇ, ਮਾਂ, ਤੁਸੀਂ ਤਾਂ ਮੈਨੂੰ ਹੋਰ ਕੱਪੜੇ ਪਵਾ ਦਿਓਗੇ, ਪਰ ਮੈਂ ਉਸ ਬੱਚੇ ਨੂੰ ਕੱਪੜੇ ਪਵਾਏ ਆ ਜਿਹਦੀ ਮਾਂ ਤੇ ਚਾਹੁੰਦੀ ਹੈ, ਪਰ ਆਪਣੇ ਬੱਚੇ ਦਾ ਤਨ ਢੱਕ ਨਹੀਂ ਸੀ ਸਕਦੀ। ਇਤਿਹਾਸ ਵਿੱਚ ਕਹਿੰਦੇ ਆ, ਬਚਨ ਆਇਆ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖੋਂ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ ਹੈ ਤੇ ਸੁਣ ਕੇ ਆਖਿਆ, ਲਾਲ ਜੀ, ਜਿਸ ਕੰਮ ਵਾਸਤੇ ਤੁਸੀਂ ਸੰਸਾਰ ਵਿੱਚ ਆਏ ਹੋ, ਉਹ ਕੰਮ ਛੇਤੀ ਕਰਨਾ ਆਰੰਭ ਕਰ ਦਿੱਤਾ ਹੈ। ਸਾਧ ਸੰਗਤ ਜੀ, ਨਿਰਾ ਇਹਨੂੰ ਇਹੋ ਹੀ ਨਾ ਜਾਣਨਾ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਤਨ ਦਾ ਚੋਲਾ ਲਾ ਕੇ ਦੇ ਦਿੱਤਾ, ਬੱਚੇ ਦਾ ਨੰਗੇਜ ਢੱਕ ਦਿੱਤਾ ਹੈ। ਲੋੜ ਪੈਣ ਤੇ ਹਿੰਦੁਸਤਾਨ ਨੂੰ ਜਦੋਂ ਕੋਈ ਰਾਹ ਨਹੀਂ ਸੀ ਲੱਭਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਰੀਰ ਹੀ ਚਾਦਰ ਬਣਾ ਕੇ ਹਿੰਦੁਸਤਾਨ ਦੀ ਇੱਜ਼ਤ ਢੱਕ ਦਿੱਤੀ ਸੱਚੇ ਪਾਤਸ਼ਾਹ ਨੇ। ਸੋ ਮਹਾਰਾਜ ਜੀ ਦਾ ਜੀਵਨ ਬੜਾ ਹੀ ਵੱਡਾ ਹੈ। ਖੁਦ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਉਸਤਤ ਵਿੱਚ ਬਚਨ ਲਿਖਦੇ ਆ, ਕਹਿੰਦੇ, ਸਿੱਖੋ, ਅੱਤ ਦਾ ਕੋਈ ਗਰੀਬ ਹੋਵੇ, ਜੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਪਿਆਰ ਦੇ ਨਾਲ ਲਵੇ, ਉਹਦੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ, ਉਹਦੀ ਕੰਗਾਲਤਾ ਦੂਰ ਹੋ ਜਾਵੇਗੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਪਿਆਰ ਨਾਲ ਲੈਂਦਾ ਹੈ। ਚੰਡੀ ਦੀ ਵਾਰ ਦੇ ਵਿੱਚ ਪੌੜੀ ਹੈ, ਆਸਾ ਜੀ ਵਾਹਿਗੁਰੂ, ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਸਾਧ ਸੰਗਤ ਦੀ ਗੁਰਮੁਖ ਪਿਆਰੇ ਉਹਦਾ ਜਾਪ ਕਰਦੇ ਆ। 10 ਪਾਤਸ਼ਾਹੀਆਂ ਦਾ ਸਿਮਰਨ ਆਉਂਦਾ ਹੈ ਉਹਦੇ ਵਿੱਚ, ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸਤਤ ਵਿੱਚ ਲਿਖਦੇ ਆ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। 2 ਬਚਨ ਮਹਾਰਾਜ ਜੀ ਨੇ ਆਖੇ ਆ 10ਵੇਂ ਪਾਤਸ਼ਾਹ ਨੇ। ਇਹਨਾਂ ਦੋਨਾਂ ਬਚਨਾਂ ਵਿੱਚ ਬੜੀ ਵੱਡੀ ਕਰਾਮਾਤ ਛੁਪੀ ਹੋਈ ਹੈ। ਪਹਿਲਾ ਬਚਨ ਹੈ, ਤੇਗ ਬਹਾਦਰ ਸਿਮਰਿਆ। ਇਹ 10ਵੇਂ ਪਾਤਸ਼ਾਹ ਦਾ ਬਚਨ ਹੈ। ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਜਿਹੜਾ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰੇਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੇਤੇ ਕਰੇਗਾ, ਉਹਦੀ ਕੰਗਾਲਤਾ, ਉਹਦੀ ਗਰੀਬੀ ਦੂਰ ਹੋ ਜਾਵੇਗੀ। ਦੂਜਾ ਬਚਨ ਹੈ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੀ ਹਰ ਸਮੇਂ ਹਰ ਥਾਂ ਤੇ ਸਹਾਇਤਾ ਕਰਨ ਵਾਲੇ ਹਨ। ਸਾਧ ਸੰਗਤ ਜੀ, ਅੱਜ ਵੀ ਮਹਾਰਾਜ ਜੀ ਦਾ ਸਥਾਨ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਹੈ। ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿੱਚ ਦਾਸ ਉੱਥੇ ਨਮਸਕਾਰ ਕਰਨ ਵਾਸਤੇ ਗਿਆ ਸੀ। ਨਾਲ ਸਿੰਘ ਜਿਹੜਾ ਪੋਥੀ ਪੜ੍ਹ ਰਿਹਾ ਹੈ ਵੀ ਨਾਲ ਹੀ ਸੀ। ਉੱਥੇ ਹੋਰ ਵੀ ਨਾਲ ਸਿੰਘ ਸਨ। ਤਾਂ ਸ੍ਰੀ ਅਨੰਦਪੁਰ ਸਾਹਿਬ ਦਾ ਵਸਨੀਕ ਇੱਕ ਸਾਧ ਸੰਗਤ ਦੀ ਗੁਰਸਿੱਖ ਮਿਲਿਆ। ਉਸ ਗੁਰਸਿੱਖ ਨੇ ਮਹਾਰਾਜ ਜੀ ਦੇ ਉਸ ਸਥਾਨ ਤੇ ਦਰਸ਼ਨ ਕਰਾਉਂਦਿਆਂ ਨਾ ਸਾਨੂੰ ਮਹਾਰਾਜ ਦੀ ਮਹਿਮਾ ਸਰਵਣ ਕਰਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਸਰਵਣ ਕਰਾਉਂਦਿਆਂ ਉਹਨੇ ਆਖਿਆ, ਕਹਿਣ ਲੱਗਾ, ਗਿਆਨੀ ਜੀ, ਜਦੋਂ ਮੈਨੂੰ ਮੇਰੀ ਜ਼ਿੰਦਗੀ 'ਚ ਭੀੜ ਆ ਬਣੇ ਨਾ, ਤੇ ਇਸ ਅਸਥਾਨ ਤੇ ਨਾ ਵੀ ਪਹੁੰਚਿਆ ਜਾਵੇ ਤੇ ਮੁਸੀਬਤ ਦੇ ਸਮੇਂ ਅਸੀਂ ਕਿਤੇ ਵੀ ਹੋਈਏ, ਬਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ ਦਾ ਧਿਆਨ ਧਰ ਕੇ ਜਦੋਂ ਅਰਦਾਸ ਕਰੀਦੀ ਹੈ ਨਾ, ਤੇ ਗੱਲ ਕਰਦਿਆਂ ਸਾਧ ਸੰਗਤ ਜੀ ਉਹ ਗੁਰਸਿੱਖ ਬੈਰਾਗੀ ਹੋ ਗਿਆ। ਕਹਿਣ ਲੱਗਾ, ਜਦੋਂ ਇਸ ਸਥਾਨ ਦਾ ਧਿਆਨ ਧਾਰ ਕੇ ਅਰਦਾਸ ਕਰੀਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਸਾਡੀ ਬੌੜੀ ਕਰਦੇ ਹਨ, ਮਹਾਰਾਜ ਸਾਡੀ ਮਦਦ ਕਰ ਦਿੰਦੇ ਹੈ। ਕਹਿਣ ਲੱਗਾ, ਮਹਾਰਾਜ ਦਾ ਬਚਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਔਰ ਉਹਨੇ, ਕਿਉਂਕਿ ਕਈ ਬਚਨ ਸਾਧ ਸੰਗਤ ਜੀ ਗ੍ਰੰਥਾਂ ਵਿੱਚ ਨਹੀਂ ਮਿਲਦੇ, ਸਾਰੇ ਬਚਨ ਗ੍ਰੰਥਾਂ ਵਿੱਚ ਨਹੀਂ ਲਿਖੇ ਹੁੰਦੇ। ਕਈ ਬਚਨ ਜਿਹੜੇ ਆ ਉਹ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੇ ਆ। ਉਹ ਕਹਿਣ ਲੱਗਾ, ਸਾਡੇ ਪਰਿਵਾਰ ਵਿੱਚ ਬਚਨ ਚੱਲਦਾ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ, ਜਿਹੜਾ ਸਿੱਖ ਇਸ ਅਸਥਾਨ ਦਾ ਵੀ ਧਿਆਨ ਧਾਰ ਕੇ ਅਰਦਾਸ ਕਰ ਦੇਗਾ, ਗੁਰੂ ਤੇਗ ਬਹਾਦਰ ਸਾਹਿਬ ਉਹਦੀ ਵੀ ਅਰਦਾਸ ਕਦੀ ਬਿਰਥੀ ਨਹੀਂ ਜਾਣ ਦੇਣਗੇ। ਅਸਥਾਨ ਦਾ ਧਿਆਨ ਕਿਵੇਂ ਧਾਰਨਾ? ਮਹਿਸੂਸ ਕਰ ਲੈਣਾ ਆਪਣੇ ਆਪ ਨੂੰ ਕਿ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਖਲੋਤਾ ਹੋਇਆ ਅਨੰਦਪੁਰ ਸਾਹਿਬ। ਉੱਥੇ ਖਲੋ ਕੇ ਆਪਣੀ ਸੁਰਤ ਨੂੰ ਖਿਲਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਅਰਦਾਸ ਕਰ ਦਿੰਦਾ, ਗੁਰੂ ਤੇਗ ਬਹਾਦਰ ਸਾਹਿਬ ਉਹਦੀ ਸਹਾਇਤਾ ਕਰਦੇ ਹੈ। ਇਤਿਹਾਸ ਭਰਿਆ ਪਿਆ, ਮੈਂ ਕਿਹੜਾ ਬਚਨ ਆਪ ਜੀ ਦੇ ਨਾਲ ਸਾਂਝਾ ਕਰਾਂ। ਇੱਕ ਬਚਨ ਨਹੀਂ ਹੈ ਸੰਗਤ ਜੀ, ਕਈ ਬਚਨ ਐਸੇ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਜਿੱਥੇ ਜਿੱਥੇ ਕਿਸੇ ਸਿੱਖ ਨੇ ਮਹਾਰਾਜ ਜੀ ਨੂੰ ਯਾਦ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਪਹੁੰਚ ਕੇ ਉੱਥੇ ਉੱਥੇ ਸਿੱਖ ਦੀ ਪੈਜ ਰੱਖੀ ਹੈ। ਅੱਜ ਵੀ ਕੋਈ ਗੁਰੂ ਕਾ ਪਿਆਰਾ ਮਹਾਰਾਜ ਜੀ ਨੂੰ ਯਾਦ ਕਰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਸਭ ਥਾਈ ਹੋਏ ਸਹਾਏ। ਮਹਾਰਾਜ ਸਾਰੀਆਂ ਥਾਵਾਂ ਤੇ ਆ ਕੇ ਉਹਦੀ ਸਹਾਇਤਾ ਕਰਦੇ ਆ। 2 ਕੁ ਦਿਨ ਲੜੀਵਾਰ ਪ੍ਰਸੰਗ ਚੱਲਣਾ ਹੈ, ਉਹ ਸੁਣ ਲਓ। ਫਿਰ ਆਪਾਂ ਲੜੀਵਾਰ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਆਰੰਭ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਵਾਂਗ ਬੜੀ ਦੂਰ ਯਾਤਰਾ ਕੀਤੀ ਹੈ। ਸਿੱਖ ਇਤਿਹਾਸ ਵਿੱਚ, ਗੁਰੂ ਸਾਹਿਬਾਂ ਦੇ ਇਤਿਹਾਸ ਵਿੱਚ, ਜਾਂ ਫਿਰ ਲੰਮੀ ਯਾਤਰਾ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ, ਤੇ ਜਾਂ ਫਿਰ ਲੰਮੀ ਯਾਤਰਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮਹਾਰਾਜ ਯਾਤਰਾ ਦੌਰਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਹਰਿਆਣੇ ਦੀ ਧਰਤੀ ਤੇ ਪਹੁੰਚੇ।
ਹਰਿਆਣੇ ਦੇ ਵਿੱਚ ਹੀ ਇੱਕ ਸਥਾਨ ਹੈ ਗੁਰਦੁਆਰਾ ਧਮਧਾਨ ਸਾਹਿਬ। ਇੱਥੇ ਭਾਈ ਮੇਹਾਂ ਜੀ ਦੀ ਘਾਲਣਾ ਨੂੰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਫਲਿਆਂ ਕੀਤਾ ਹੈ। ਉੱਥੋਂ ਮਹਾਰਾਜ ਕਈ ਅਸਥਾਨਾਂ ਤੇ ਹੁੰਦੇ ਹੋਏ ਕੈਂਥਲ ਪਹੁੰਚੇ ਹੈ। ਕੈਂਥਲ ਉਹ ਧਰਤੀ ਹੈ ਜਿੱਥੇ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ 14 ਜਿਲਦਾਂ ਦੀ ਰਚਨਾ ਕੀਤੀ ਹੈ। ਇਸ ਗ੍ਰੰਥ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੈਂਥਲ ਦੀ ਧਰਤੀ ਤੇ ਲਿਖਿਆ ਹੈ। ਕੈਂਥਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗਏ ਹੈ। ਕੁਝ ਸਿੱਖਾਂ ਦੇ ਘਰ ਮਹਾਰਾਜ ਨੇ ਉੱਥੇ ਚਰਨ ਪਾਏ ਹੈ। ਸੱਚੇ ਪਾਤਸ਼ਾਹ ਜੀ ਦੇ ਨਾਲ ਬੇਅੰਤ ਸਿੰਘ ਸਿੱਖ ਹਨ, ਸਿੱਖ ਸੰਗਤਾਂ ਹਨ। ਤੇ ਹੁਣ ਮਹਾਰਾਜ ਜਿੱਥੇ ਜਾ ਰਹੇ ਹੈ, ਜਿਹੜੇ ਪਿੰਡ ਜਾ ਰਹੇ ਹੈ, ਉਹ ਇੱਕ ਪ੍ਰਸੰਗ ਆਪਾਂ ਸਰਵਣ ਕਰ ਲਈਏ। ਸੰਗਤ ਜੀ, ਗੁਰੂ ਸਾਹਿਬ ਦਾ ਜਿਹੜਾ ਸਿੱਖ ਪੂਰਾ ਪੂਰਾ ਬਚਨ ਕਮਾਉਂਦਾ ਹੈ, ਉਹਦਾ ਫਿਰ ਪੂਰਾ ਪੂਰਾ ਭਲਾ ਹੋ ਜਾਂਦਾ ਹੈ। ਜਿਹੜਾ ਅਧੂਰਾ ਬਚਨ ਕਮਾਉਂਦਾ ਹੈ, ਉਹਦਾ ਫਿਰ ਅਧੂਰਾ ਹੀ ਕੰਮ ਰਹਿ ਜਾਂਦਾ ਹੈ। ਜਿਹੜਾ ਜਿੰਨਾ ਬਚਨ ਕਮਾਉਂਦਾ ਹੈ, ਓਨਾ ਉਹਦਾ ਕੰਮ ਸਫਲਾ ਹੋ ਜਾਂਦਾ ਹੈ। ਤੇ ਜਿਹੜਾ ਜਿੰਨਾ ਬਚਨ ਨਹੀਂ ਕਮਾਉਂਦਾ, ਓਨਾ ਬਚਨ ਰਹਿ ਜਾਂਦਾ ਹੈ। ਇਹ ਹੁਣ ਆਪਾਂ ਇਸ ਕਥਾ ਵਿੱਚ ਸਰਵਣ ਕਰਾਂਗੇ। ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਰੋ ਧਿਆਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਕਰੋ ਅਰਦਾਸ। ਮਹਾਰਾਜ, ਸਮਾਂ ਬਹੁਤ ਭਿਆਨਕ ਚੱਲ ਰਿਹਾ ਪੂਰੇ ਵਿਸ਼ਵ ਵਿੱਚ। ਮਹਾਰਾਜ ਆਪ ਕਿਰਪਾ ਕਰੋ, ਸਾਰੀਆਂ ਥਾਵਾਂ ਤੇ ਆਪ ਸਹਾਈ ਹੋਣ ਵਾਲੇ ਹੋ। ਸਾਡੇ ਮਨਾਂ ਉੱਤੇ ਸਹਾਈ ਹੋਵੋ। ਸਾਡਾ ਧਿਆਨ ਤੁਹਾਡੀ ਭਗਤੀ ਵਿੱਚ ਲੱਗੇ। ਆਓ ਪਿਆਰ ਨਾਲ ਸਾਰੀ ਸੰਗਤ ਕਹੋ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਸ਼੍ਰੀ ਗੁਜਰੀ ਡੋਰੇ ਅਸਵਾਰੀ ਜਿਸ ਸ਼ਾਦਨ ਮਖਮਲ ਜਰਕਾਰੀ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ, ਸੱਚੇ ਪਾਤਸ਼ਾਹ ਮਹਾਰਾਜ ਮਾਤਾ ਗੁਜਰੀ ਜੀ ਦੇ ਸਮੇਤ ਅੱਗੇ ਵਧੇ ਹੈ। ਮਾਤਾ ਗੁਜਰੀ ਜੀ ਡੋਲੇ ਦੇ ਵਿੱਚ ਅਸਵਾਰ ਹਨ। ਡੋਰਾ ਜਿਹੜਾ ਉਹ ਮਖਮਲੀ ਜਰੀ ਦੇ ਨਾਲ ਕੱਢੇ ਹੋਏ ਕੱਪੜੇ ਦੇ ਨਾਲ ਢਕਿਆ ਹੋਇਆ। ਹਾਂਜੀ। ਇੱਕ ਸੁੰਦਰ ਚੰਦਨ ਸੰਗ ਭਲੇ ਮਾਤ ਨਾਨਕੀ ਜਿਸ ਚੜ ਚਲੇ। ਜਿੱਥੇ ਮਾਤਾ ਜੀ, ਮਾਤਾ ਗੁਜਰੀ ਜੀ ਸੱਚੇ ਪਾਤਸ਼ਾਹ ਦੇ ਨਾਲ ਨੇ, ਸੱਚੇ ਪਾਤਸ਼ਾਹ ਜੀ ਦੇ ਮਹਿਲ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਣੇ ਮਾਤਾ ਜੀ, ਮਾਤਾ ਨਾਨਕੀ ਜੀ, ਉਹ ਵੀ ਰੱਥ ਵਿੱਚ ਚੜੇ ਹੋਏ ਹਨ। ਬ੍ਰਿਖਬ ਬਿਲੰਦ ਬਲੀ ਤਨ ਪੀਨਾ ਜਿਨ ਕੀ ਕਕੁਦ ਤੁੰਗ ਦੁਤ ਕੀਨਾ। ਬੜੇ ਬਲਵਾਨ ਬਲਦ ਜਿਹੜੇ ਆ, ਉਹ ਸਾਧ ਸੰਗਤ ਜੀ ਰੱਥਾਂ ਦੇ ਨਾਲ ਲੱਗੇ ਹੋਏ ਆ। ਸਾਜੋ ਸਮਾਨ ਜਿਹੜਾ ਹੈ ਉਹ ਵੀ ਨਾਲ ਰੱਖਿਆ ਹੋਇਆ। ਤਿੰਨ ਪਰ ਬਸਤਰ ਲਾਲ ਹੀ ਡਾਲੇ। ਮੋਟੇ ਮੋਟੇ ਬਲਦ ਨੇ। ਤੇ ਕਵੀ ਸੰਤੋਖ ਸਿੰਘ ਜੀ ਦੀ ਕਮਾਈ ਬੜੀ ਹੈ। ਏਡੇ ਸੋਹਣੇ ਤਰੀਕੇ ਨਾਲ ਕਥਾ ਲਿਖਦੇ ਜਿਵੇਂ ਬੰਦਾ ਸੁਰਤ ਕਰਕੇ ਉੱਥੇ ਪਹੁੰਚਿਆ ਹੋਵੇ। ਕਹਿੰਦੇ ਆ ਬਲਦਾਂ ਦੇ ਉੱਤੇ ਲਾਲ ਰੰਗ ਦਾ ਕੱਪੜਾ ਪਾਇਆ ਹੋਇਆ। ਹਾਂਜੀ। ਚਲਨ ਬੇਗ ਬਹੁ ਸ੍ਰਿੰਗ ਵਿਸਾਲੇ। ਕਹਿਣ ਲੱਗੇ ਵੱਡੇ ਵੱਡੇ ਸਿੰਘਾਂ ਵਾਲੇ ਜਿਹੜੇ ਬਲਦ ਨੇ ਉਹ ਤੇਜ਼ੀ ਤੇਜ਼ੀ ਚੱਲ ਰਹੇ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀਆਂ ਸੰਗਤਾਂ ਚੱਲ ਰਹੀਆਂ ਹਨ। ਹਾਂਜੀ। ਬ੍ਰਿੰਦ ਬਿਭੂਖਨ ਕੋ ਪਹਿਰਾਏ ਜਬਹਿ ਚਲਤ ਬੜ ਸ਼ਬਦ ਉਠਾਏ। ਹੁਣ ਸਾਧ ਸੰਗਤ ਜੀ ਉਹਨਾਂ ਬਲਦਾਂ ਦੇ ਗਲਾਂ ਵਿੱਚ ਟੱਲੀਆਂ ਪਾਈਆਂ ਗਈਆਂ ਨੇ। ਜਦੋਂ ਉਹ ਰੱਥ ਚੱਲ ਰਹੇ ਆ ਤੇ ਬੜੀ ਆਵਾਜ਼ ਆ ਰਹੀ ਹੈ ਚੱਲਣ ਦੀ। ਹਾਂਜੀ। ਅਗਰ ਚਲਹਿ ਰਥ ਪੰਥ ਮਝਾਰ ਪੁਨ ਡੋਲਾ ਲੈ ਬਲੀ ਕਹਾਰ। ਤੇ ਕੁਹਾਰਾਂ ਨੇ
ਮਾਤਾ ਗੁਜਰੀ ਜੀ ਵਾਲਾ ਡੋਲਾ ਚੁੱਕਿਆ ਹੋਇਆ ਹੈ, ਅੱਗੇ ਅੱਗੇ ਰੱਥ ਚੱਲ ਰਿਹਾ ਹੈ, ਪਿੱਛੇ ਡੋਲਾ ਚੱਲ ਰਿਹਾ ਮਾਤਾ ਜੀ ਦਾ। ਹਾਂਜੀ, ਬਾਹੁਰ ਬਹੀਰ ਸੰਗ ਜੇ ਦਾਸ, ਨਾਲ ਨਾਲ ਡੋਲੇ ਦੇ ਬੜੇ ਗੁਰੂ ਕੇ ਸਿੱਖ ਦਾਸ ਸਿੱਖਣੀਆਂ ਸਾਰੇ ਜਾ ਰਹੇ ਹਨ। ਕੋ ਚਾਕਰ ਕੋ ਪ੍ਰੇਮ ਪ੍ਰਕਾਸ਼, ਕਈ ਤੇ ਚਾਕਰ ਨੇ, ਸੇਵਕ ਨੇ, ਨੌਕਰੀ ਕਰਦੇ ਐ, ਤੇ ਕਈ ਫਿਰ ਪ੍ਰੇਮ ਨਾਲ ਹੀ ਨਾਲ ਤੁਰੇ ਐ, ਪਿੰਡਾਂ ਤੋਂ ਮਹਾਰਾਜ ਜੀ ਦੇ ਨਾਲ ਰਲਦੇ ਰਹੇ ਐ। ਉਹ ਕਹਿੰਦੇ ਮਹਾਰਾਜ ਜਿੱਧਰ ਤੁਸੀਂ ਜਾਓਗੇ ਉਧਰ ਹੀ ਅਸੀਂ ਜਾਵਾਂਗੇ। ਸੋ ਕਈ ਪਿਆਰ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਨਾਲ ਰਲੇ ਹੋਏ ਐ। ਹਾਂਜੀ, ਚਲੇ ਜਾਹੇ ਗੁਰ ਕੀਰਤ ਕਰਤੇ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕਰਦੇ ਜਾ ਰਹੇ ਐ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿਫਤਾਂ ਕਰਦੇ ਹੋਏ ਜਾ ਰਹੇ ਐ। ਹਾਂਜੀ, ਦੇਸ਼ ਵਿਦੇਸ਼ ਵਿਸ਼ੇਸ਼ ਨਿਹਰਤੇ, ਤੇ ਮਹਾਰਾਜ ਜੀ ਦੇ ਨਾਲ ਬੜੇ ਇਲਾਕੇ ਜਿਹੜੇ ਆ ਉਹ ਦੇਖ ਰਹੇ ਆ, ਇਲਾਕਿਆਂ ਦੇ ਦਰਸ਼ਨ ਕਰ ਰਹੇ ਆ। ਹਾਂਜੀ, ਸ਼੍ਰੀ ਗੁਰ ਤੇਗ ਬਹਾਦਰ ਤਰੇ, ਬਲੀ ਤੁਰੰਗ ਬੀਚ ਗੁਣ ਖਰੇ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਬਲਵਾਨ ਘੋੜੇ ਦੇ ਉੱਤੇ ਬੈਠੇ ਆ ਜੀ। ਮਹਾਰਾਜ ਗਰੀਬ ਨਵਾਜ ਜੀ ਦੇ ਹੇਠਾਂ ਬਹੁਤ ਬਲਵਾਨ ਘੋੜਾ ਹੈ। ਚੰਦਰਿਕ ਚੰਦ ਮਨਿੰਦ ਬਿਲੰਦ, ਸੇਤ ਬਰਨ ਸੁੰਦਰ ਦੁਤਵੰਦ, ਬੜਾ ਉੱਚਾ ਘੋੜਾ ਹੈ ਤੇ ਚਿੱਟੇ ਰੰਗ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਚਿੱਟੇ ਰੰਗ ਦੇ ਘੋੜੇ ਤੇ ਅਸਵਾਰੀ ਕਰਦੇ ਹੁੰਦੇ ਸਨ। ਚਿੱਟੇ ਰੰਗ ਦਾ ਘੋੜਾ ਹੈ, ਬੜੀ ਸੋਹਣੀ ਉਹਦੀ ਸ਼ੋਭਾ ਹੈ। ਮਹਾਰਾਜ ਉਸ ਘੋੜੇ ਦੇ ਉੱਤੇ ਅਸਵਾਰ ਹਨ। ਹਾਂਜੀ, ਬਿਨ ਮਰਜੀ ਨਹ ਕਰੇ ਚਲਾਕੀ, ਜਿਹੜਾ ਘੋੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਚੱਲਦਾ ਜੀ। ਹਾਂਜੀ, ਚਾਲ ਅਡੋਲ ਅਮੋਲਕ ਤਾਂ ਕੀ, ਬੜੇ ਆਨੰਦ ਨਾਲ ਜਿਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਉਸ ਘੋੜੇ ਨੂੰ ਚਲਾਉਂਦੇ ਆ, ਉਹ ਘੋੜਾ ਉਸੇ ਤਰੀਕੇ ਨਾਲ ਚੱਲ ਰਿਹਾ ਹੈ। ਹਾਂਜੀ, ਮੋਰ ਮਨਿੰਦ ਮੋਰ ਕਰ ਗਰੀਵਾ, ਘੋੜੇ ਦੀ ਧੌਣ ਬੜੀ ਉੱਚੀ ਹੈ, ਐ ਬੜਾ ਸੁੰਦਰ ਫੱਬਦਾ ਚਿੱਟੇ ਰੰਗ ਦਾ ਘੋੜਾ। ਹਾਂਜੀ, ਚਲਹੇ ਕਿ ਖਰੇ ਪੁਸ਼ਟ ਤਨ ਥੀਵਾ, ਜਦੋਂ ਮਹਾਰਾਜ ਉਹਨੂੰ ਚਲਾਉਣ ਘੋੜਾ ਚੱਲਣ ਲੱਗ ਪੈਂਦਾ ਹੈ, ਤੇ ਜਦੋਂ ਮਹਾਰਾਜ ਘੋੜੇ ਨੂੰ ਰੋਕ ਦੇਣ ਘੋੜਾ ਰੁਕ ਜਾਂਦਾ, ਖਲੋ ਜਾਂਦਾ ਜੀ। ਤੇ ਬੜਾ ਮੋਟਾ ਘੋੜਾ ਹੈ ਜੀ ਇਹ। ਹਾਂਜੀ, ਗੁਰੂ ਸਤੀਰਜ ਮਾਰਗ ਤੋ ਰਹੇ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬੜੇ ਧੀਰਜ ਨਾਲ ਇਹਨੂੰ ਰਸਤੇ ਉੱਤੇ ਤੋਰਦੇ ਆ। ਹਾਂਜੀ, ਕਰਤ ਕੁੰਡਲੀ ਪਾਇਨ ਮੋ ਰਹੇ, ਤੇ ਕੁੰਡਲੀ ਕਰਦਾ, ਪੈਰ ਮੋੜਦਾ, ਬੜੇ ਕਰਤੱਵ ਵਿਖਾਉਂਦਾ ਇਹ ਘੋੜਾ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰਦਾ ਹੈ। ਭਾਗਾਂ ਵਾਲਾ ਹੋਏਗਾ ਉਹ ਵਾਹਿਗੁਰੂ, ਭਾਗਾਂ ਵਾਲੀ ਹੋਏਗੀ ਜੀਵ ਆਤਮਾ ਜਿਹੜੀ ਇਸ ਘੋੜੇ ਦੇ ਵਿੱਚ ਹੈ ਜੀ। ਭਾਗਾਂ ਵਾਲਾ ਘੋੜਾ ਜੀ ਹੈ। ਹਾਂਜੀ, ਤਜ ਕੈਂਥਲ ਆਗੇ ਗੁਰ ਚਾਲੇ, ਇਸ ਤਰੀਕੇ ਨਾਲ ਚੱਲਦੇ ਚੱਲਦੇ ਹਜੂਰ ਸੱਚੇ ਪਾਤਸ਼ਾਹ ਕੈਂਥਲ ਪਾਰ ਕਰ ਗਏ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ, ਲੋਕ ਆਪਨੇ ਲੀਨਸ ਨਾਲੇ, ਤੇ ਲੋਕ ਜਿਹੜੇ ਆ ਬਹੁਤ ਸਾਰੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰੇ ਜਾ ਰਹੇ ਆ। ਹਾਂਜੀ, ਕੋਸ ਪੰਚ 10 ਮੰਜ਼ਲ ਗਏ, ਉਤਰਨ ਕੋ ਗੁਰ ਚਾਹਤ ਭਏ, ਤੇ 15 ਕੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੈਂਥਲ ਤੋਂ ਅੱਗੇ ਨੂੰ ਸਫ਼ਰ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। 15 ਕੋ ਸਫ਼ਰ ਕੀਤਾ, ਮੰਜ਼ਿਲ ਤੈਅ ਕੀਤੀ। ਫਿਰ ਸੱਚੇ ਪਾਤਸ਼ਾਹ ਹੁਣ ਪੜਾਅ ਕਰਨਾ ਚਾਹੁੰਦੇ ਆ। ਹਾਂਜੀ, ਨਾਮ ਬਾਰਨਾ ਗ੍ਰਾਮ ਬਿਲੋਕਾ, 15 ਕੋ ਅੱਗੇ ਜਾ ਕੇ ਇੱਕ ਪਿੰਡ ਆਇਆ ਜਿਸ ਪਿੰਡ ਦਾ ਨਾਮ ਹੈ ਬਾਰਨਾ। ਹਾਂਜੀ, ਤਿਸਕੇ ਨਿਕਟ ਜਾਏ ਹੈ ਰੋਕਾ, ਬਾਰਨੇ ਪਿੰਡ ਦੇ ਨੇੜੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜਾ ਰੋਕਿਆ ਜੀ। ਹਾਂਜੀ, ਇੱਕ ਨਰ ਨਿਕਸ ਨਿਕਟ ਗੁਰ ਆਇਓ, ਦਰਸ਼ਨ ਦੇਖਤ ਸੀਸ ਨਿਵਾਇਓ। ਅਜੇ ਮਹਾਰਾਜ ਘੋੜੇ ਤੇ ਹੀ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ ਨੂਰ ਹੈ, ਜਲਾਲ ਹੈ। ਤੇ ਪਿੰਡ ਵਿੱਚੋਂ, ਬਾਰਨੇ ਪਿੰਡ ਵਿੱਚੋਂ ਇੱਕ ਬੰਦਾ ਨਿਕਲਿਆ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਤੇ ਅੰਦਰ ਕੁਝ ਹੋਣਾ ਚਾਹੀਦਾ ਬੰਦੇ ਦੇ,
ਕਹਿਣ ਦੀ ਲੋੜ ਨਹੀਂ ਪੈਂਦੀ, ਬੰਦੇ ਦਾ ਸਿਰ ਆਪੇ ਹੀ ਝੁਕ ਜਾਂਦਾ ਜੀ। ਜੇ ਅੰਦਰ ਕੁਝ ਨਹੀਂ ਹੈ ਤੇ ਦੁਨੀਆ ਵੀ ਸਿਰ ਨਹੀਂ ਝੁਕਾਉਂਦੀ। ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਉਸ ਮਨੁੱਖ ਨੇ ਪਹਿਲਾਂ ਕਦੀ ਨਹੀਂ ਮਹਾਰਾਜ ਦੇ ਦਰਸ਼ਨ ਕੀਤੇ, ਪਰ ਉਹਦੇ ਮਨ ਨੂੰ ਠੰਡ ਪਈ ਜੀ, ਤੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਜੀ। ਹਾਂਜੀ, ਖਰੋ ਭਇਓ ਬੂਝਿਓ ਤਬ ਤਾਹੀ। ਉਹਨੇ ਖੜੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੀ। ਹਾਂਜੀ, ਸਿੱਖ ਕੋ ਸਦਨ ਅਹੈ ਕੇ ਨਾਹੀ। ਮਹਾਰਾਜ ਜੀ ਨੂੰ ਪੁੱਛਿਆ ਵੀ ਤੁਸੀਂ ਕਿੱਧਰ ਜਾਣਾ ਹੈ? ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸ ਮਨੁੱਖ ਨੂੰ ਪੁੱਛਦੇ, ਭਾਈ ਇਸ ਪਿੰਡ ਵਿੱਚ ਕਿਸੇ ਗੁਰੂ ਦੇ ਸਿੱਖ ਦਾ ਘਰ ਹੈ? ਸਿੱਖ ਦਾ ਘਰ ਹੈ? ਹਾਂਜੀ। ਸੁਨਤ ਬਤਾਇਓ ਰਾਹਕ ਅਹੈ। ਉਹ ਕਿਸਾਨ ਸੀਗਾ ਬੰਦਾ ਜੀ। ਉਹਨੇ ਆਖਿਆ, ਕਹਿਣ ਲੱਗਾ ਜੀ ਹੈ, ਸਾਡੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਹੋਰ। ਹਾਂਜੀ, ਸਗਰੇ ਗ੍ਰਾਮ ਏਕ ਸਿੱਖ ਰਹੈ। ਤੇ ਸਾਰੇ ਪਿੰਡ ਵਿੱਚੋਂ ਉਹ ਕੱਲਾ ਹੀ ਗੁਰੂ ਦਾ ਸਿੱਖ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਕੱਲਾ ਹੀ ਸਿੱਖ ਹੈ। ਹਾਂਜੀ, ਕੁਸ਼ਕ ਭਲੋ ਸ਼ਰਧਾਲੂ ਥੋਰਾ। ਤੇ ਸ਼ਰਧਾਲੂ ਤੇ ਹੈ ਪਰ ਬਹੁਤਾ ਨਹੀਂ ਹੈਗਾ। ਕਿਉਂ? ਕਿਉਂਕਿ ਉਹਨੂੰ ਇੱਕ ਐਬ ਵੀ ਸੀਗਾ ਜੀ। ਉਹ ਅੱਗੇ ਜਾ ਕੇ ਕਥਾ ਵਿੱਚ ਜ਼ਿਕਰ ਆਏਗਾ। ਉਹ ਪਿੰਡ ਦਾ ਬੰਦਾ ਕਹਿੰਦਾ, ਮਹਾਰਾਜ ਕਿਸਾਨ ਹੈਗਾ, ਸਿੱਖ ਵੀ ਹੈ, ਪਰ ਬਹੁਤੀ ਸ਼ਰਧਾ ਨਹੀਂ ਹੈਗੀ, ਉਂਝ ਚੰਗਾ ਹੈ। ਹਾਂਜੀ, ਬਸਹੇ ਇਕਾਂਕੀ ਸਿੱਖ ਨਾ ਓਰਾ। ਬਸ ਸਾਡੇ ਪਿੰਡ ਵਿੱਚ ਕਹਿਣ ਲੱਗਾ ਇੱਕੋ ਹੀ ਸਿੱਖ ਰਹਿੰਦਾ ਹੈ, ਹੋਰ ਕੋਈ ਸਿੱਖ ਨਹੀਂ ਹੈਗਾ ਸਾਡੇ ਪਿੰਡ ਵਿੱਚ। ਹਾਂਜੀ, ਤਬ ਸ਼੍ਰੀ ਤੇਗ ਬਹਾਦਰ ਭਾਖਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਇਸ ਤਰ੍ਹਾਂ ਕਹਿਣ ਲੱਗੇ, ਤਿਸਹਿ ਹਕਾਰਨ ਕੀ ਹਮ ਕਾਂਖਾ। ਮਹਾਰਾਜ ਕਹਿੰਦੇ, ਭਾਈ ਫਿਰ ਤੂੰ ਉਹਨੂੰ ਬੁਲਾ ਕੇ ਲੈ ਕੇ ਆ। ਸਾਡੀ ਇੱਛਾ ਹੈ ਤੂੰ ਉਹਨੂੰ ਬੁਲਾ ਕੇ ਲੈ ਕੇ ਆ। ਹਾਂਜੀ, ਕਰਨੋ ਡੇਰਾ ਤਿਸਕੇ ਧਾਮ। ਅਸੀਂ ਉਹਦੇ ਘਰ ਰਹਿਣਾ ਚਾਹੁੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖ ਲੋ ਇਹਦੀ ਕਿਸਮਤ। ਕਹਿਣ ਲੱਗਾ ਮਹਾਰਾਜ ਕਹਿਣ ਲੱਗੇ, ਅਸੀਂ ਉਹਦੇ ਘਰ ਰਹਿਣਾ ਚਾਹੁੰਦੇ ਆ। ਹਾਂਜੀ, ਯਾਂਤੇ ਕਰਹੋ ਬੁਲਾਵਨ ਕਾਮ। ਇਸ ਕਰਕੇ ਤੂੰ ਉਹਨੂੰ ਸੱਦ, ਕਹਿਣ ਲੱਗੇ ਉਹਨੂੰ ਸੱਦ ਕੇ ਲੈ ਕੇ ਆ। ਹਾਂਜੀ, ਸੁਨ ਗੁਰ ਆਗਿਆ ਕੋ ਨਰ ਗਇਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਸੁਣ ਕੇ ਤੇ ਉਹ ਬੰਦਾ ਗਿਆ ਜੀ ਉਸ ਸਿੱਖ ਦੇ ਘਰ। ਹਾਂਜੀ, ਮਿਲਿਓ ਜਾਟ ਸੋ ਭਾਖਤ ਭਇਓ। ਤੇ ਸਾਧ ਸੰਗਤ ਜੀ, ਉਹ ਕਿਸਾਨ ਹੈ, ਜੱਟ ਹੈ। ਉਹ ਕਿਸਾਨ ਨੂੰ ਜਾ ਕੇ ਕਹਿਣ ਲੱਗਾ, ਵਹਿਰ ਹਕਾਰਤ ਹੈ ਨਰ ਭਲੇ। ਕਹਿਣ ਲੱਗਾ, ਭਾਈ ਬਾਹਰ ਕੁਝ ਮਨੁੱਖ ਆਏ ਆ, ਉਹਨਾਂ ਵਿੱਚੋਂ ਇੱਕ ਘੋੜੇ ਤੇ ਸੁਭਾਏਮਾਨ ਨੇ, ਚਿੱਟੇ ਰੰਗ ਦਾ ਘੋੜਾ ਉੱਤੇ ਬੈਠੇ, ਬੜੇ ਫੱਬਰੇ, ਬੜੇ ਭਲੇ ਨੇ, ਤੈਨੂੰ ਬਾਹਰ ਸੱਦ ਰਹੇ ਆ। ਹਾਂਜੀ, ਤੋਹੇ ਪ੍ਰਤੀਖਨ ਕਰਤੇ ਖਲੇ। ਤੇ ਤੈਨੂੰ ਉਡੀਕ ਰਹੇ ਆ, ਉਹ ਉਡੀਕ ਰਹੇ ਆ, ਇੰਤਜ਼ਾਰ ਕਰ ਰਹੇ ਆ ਤੇਰਾ। ਹਾਂਜੀ, ਕਾਛੂ ਤਬਹੇ ਤਹਾਂ ਚੱਲ ਆਇਓ। ਤੇ ਸਾਧ ਸੰਗਤ ਜੀ, ਉਹ ਫਿਰ ਉੱਥੇ ਚੱਲ ਕੇ ਆਇਆ ਜੀ। ਹਾਂਜੀ, ਕਛ ਕੋ ਕਰਤ ਫਿਰਹਿ ਤਿਸ ਥਾਇਓ। ਤੇ ਉਹਨੇ ਅਜੇ ਪਹੁੰਚਣਾ, ਉਧਰ ਉਹਨੂੰ ਇੱਕ ਹੋਰ ਕੰਮ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਈ ਵਾਰੀ ਦੋਹਰਾ ਕੰਮ ਫਸਿਆ ਹੁੰਦਾ ਜੀ। ਉਧਰੋਂ ਗੁਰੂ ਸਾਹਿਬ ਆਏ ਆ, ਅਜੇ ਸਿੱਖ ਨੂੰ ਪਤਾ ਨਹੀਂ ਵੀ ਬਾਹਰ ਗੁਰੂ ਸਾਹਿਬ ਹੈ। ਉਧਰੋਂ ਪਟਵਾਰੀ ਆਏ ਹੋਏ ਆ ਉਹਦੇ ਘਰ, ਕਿਉਂਕਿ ਉਹਦੀ ਜ਼ਮੀਨ ਦੀ ਉਹਨਾਂ ਮਿਣਤੀ ਕਰਨੀ ਹੈ। ਹੁਣ ਉਹਨਾਂ ਦਾ ਵੀ ਸਮਾਂ ਬੜਾ ਕੀਮਤੀ ਹੈ। ਹਾਂਜੀ, ਸੁਨਤ ਜਾਟ ਨੈ ਹਿਰਦੈ ਵਿਚਾਰੀ। ਮੈਂ ਅਬ ਜਾਨੋ ਖੇਤ ਮਝਾਰੀ। ਉਹ ਸਿੱਖ ਜਿਹੜਾ ਉਹ ਵਿਚਾਰ ਕਰਦਾ ਵੀ ਮੈਂ ਤੇ ਖੇਤ ਵਿੱਚ ਜਾਣਾ ਸੀਗਾ, ਮੈਨੂੰ ਤੇ ਕੰਮ ਹੈ, ਮੈਂ ਤੇ ਖੇਤ ਵਿੱਚ ਜਾਣਾ ਹੈ। ਹਾਂਜੀ, ਤਉ ਦੇਖ ਮਿਲ ਕਰ ਪੁਨ ਆਵੋ। ਕੂਤ
ਮਿਲਨ ਕਾਰਨ ਉਤਲਾਵੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਵੀ ਉਹਨੇ ਸੋਚਿਆ ਵੀ ਕੋਈ ਨਹੀਂ, ਪਟਵਾਰੀ ਉਹਨਾਂ ਚਿਰ ਤੱਕ ਮੇਰੇ ਜ਼ਮੀਨ ਮੇਰੀ ਫਸਲ ਦਾ ਅੰਦਾਜ਼ਾ ਲਾ ਲੈਣਗੇ ਤੇ ਮੈਂ ਪਹਿਲਾਂ ਉਹਨਾਂ ਨੂੰ ਮਿਲ ਕੇ ਆਵਾਂ ਜਿਹੜੇ ਬਾਹਰ ਆਏ ਹੋਏ ਆ। ਮਿਲ ਉਹਨਾਂ ਪਤਾ ਨਹੀਂ ਕੌਣ ਨੇ। ਹਾਂਜੀ। ਇਮ ਵਿਚਾਰ ਕਰ ਤੂਰਨ ਆਇਓ। ਉਹਨੇ ਪਟਵਾਰੀਆਂ ਨੂੰ ਤੋਰਿਆ ਵੀ ਤੁਸੀਂ ਜਾਓ ਮਿਣਤੀ ਗਿਣਤੀ ਕਰੋ ਮੇਰੀ ਜ਼ਮੀਨ ਦੀ, ਮੇਰੀ ਫਸਲ ਦੇ ਮਿਣਤੀ ਕਰੋ ਤੇ ਮੈਂ ਬਾਹਰ ਵਾਲਿਆਂ ਨੂੰ ਮਿਲ ਆਵਾਂ। ਉਹ ਬਾਹਰ ਗਿਆ ਜੀ ਵੇਖਣ ਵਾਸਤੇ ਵੀ ਕੌਣ ਹੈ। ਇਮ ਵਿਚਾਰ ਕਰ ਤੂਰਨ ਆਇਓ, ਇਹ ਕਹਿ ਕੇ ਮਨ ਵਿੱਚ ਵਿਚਾਰ ਕਰਕੇ ਉਹ ਛੇਤੀ ਬਾਹਰ ਆਇਆ ਜੀ। ਹਾਂਜੀ। ਬੈਠੇ ਗੁਰ ਕੋ ਦਰਸ਼ਨ ਪਾਇਓ। ਤੇ ਆ ਕੇ ਕੀ ਵੇਖਦਾ, ਘੋੜੇ ਦੇ ਉੱਤੇ ਖੁਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੋਏ ਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬੜਾ ਹੈਰਾਨ ਹੋ ਗਿਆ ਵੀ ਇੱਕਦਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ। ਹਾਂਜੀ। ਜਾਨ ਪਛਾਨੇ ਬੰਧਨ ਕੀਨ। ਤੇ ਜਾਨ ਪਛਾਨੇ, ਉਹਨੇ ਫਿਰ ਪਛਾਣ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੀ ਇਹ ਤੇ ਕੋਈ ਹੋਰ ਨਹੀਂ, ਇਹ ਤੇ ਖੁਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਨ। ਕੱਲ ਵੀ ਇੱਕ ਬੇਨਤੀ ਕੀਤੀ ਸੀ ਸੰਗਤ ਜੀ, ਸਾਨੂੰ ਹੁਣੇ ਬਾਹਰ ਕਿਤੇ ਘੋੜੇ ਤੇ ਬੈਠਿਆਂ ਮਹਾਰਾਜ ਦੇ ਦਰਸ਼ਨ ਹੋ ਜਾਣ ਤੇ ਅਸੀਂ ਕੀ ਕਰਾਂਗੇ ਜੀ। ਉਹਨੇ ਪਛਾਣ ਲਿਆ ਵੀ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਨ। ਹਾਂਜੀ। ਡੇਰਾ ਕਰਬੇ ਆਛਾ ਚੀਨ। ਤੇ ਉਹਨੇ ਇਹ ਵੀ ਸਮਝਿਆ ਵੀ ਮਹਾਰਾਜ ਨੇ ਅੱਜ ਇੱਥੇ ਰਹਿਣਾ ਹੈ, ਇੱਥੇ ਰਹਿਣਾ। ਪਹਿਲਾਂ ਤੋਂ ਉਹਨੇ ਪਛਾਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਥਾ ਟੇਕਿਆ, ਹੱਥ ਜੋੜ ਕਰ ਬਾਕ ਉਚਾਰੇ। ਤੇ ਫਿਰ ਹੱਥ ਜੋੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹ ਕਹਿਣ ਲੱਗਾ, ਚੱਲੀਏ ਹੈ ਸਤਿਗੁਰ ਸਦਨ ਹਮਾਰੇ। ਕਹਿੰਦਾ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮਹਾਰਾਜ ਮੇਰੇ ਘਰ ਚੱਲੋ। ਸੱਚੇ ਪਾਤਸ਼ਾਹ ਮਹਾਰਾਜ ਮੇਰੇ ਘਰ ਚੱਲੋ। ਹਾਂਜੀ। ਸਿਵਰ ਕਰਹੁ ਨੀਕੇ ਸੁਖ ਪਾਵਹੁ। ਮਹਾਰਾਜ ਉੱਥੇ ਘਰ ਵਿੱਚ ਡੇਰਾ ਲਾਓ, ਰਾਤ ਉੱਥੇ ਆਰਾਮ ਨਾਲ ਸੁੱਖ ਲਾਓ ਮਹਾਰਾਜ। ਹਾਂਜੀ। ਸ਼ੀਘਰ ਚਲਹੁ ਨਾਹਨ ਬਿਲ ਮਾਵਹੁ। ਪਰ ਉਹਨੇ ਥੋੜੀ ਜੀ ਕਾਹਲੀ ਕੀਤੀ ਸਿੱਖ ਨੇ। ਸਿੱਖ ਮਹਾਰਾਜ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਛੇਤੀ ਕਰੋ, ਦੇਰ ਨਾ ਕਰੋ ਤੇ ਮਹਾਰਾਜ ਮੇਰੇ ਘਰ ਚੱਲੋ। ਹਾਂਜੀ। ਆਇਓ ਕੂਤ ਕਰਨ ਕਰ, ਆਇਓ ਕੂਤ ਕਰਨ ਕਛ ਇਹਾਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬੜੀ ਸ਼ਾਂਤੀ ਨਾਲ ਪੁੱਛਦੇ। ਮਹਾਰਾਜ ਕਹਿੰਦੇ ਸਿੱਖਾ ਇੰਨੀ ਕਾਹਲੀ ਕਿਸ ਗੱਲ ਦੀ ਹੈ। ਤੇ ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਮਹਾਰਾਜ ਆਇਓ ਕੂਤ ਕਰਨ ਕਛ ਇਹਾਂ। ਕੂਤ ਕਹਿੰਦੇ ਪਟਵਾਰੀ ਨੂੰ ਤੇ ਕੱਛ ਕਹਿੰਦੇ ਆ ਅਨਾਜ ਦਾ ਅਨੁਮਾਨ ਲਾਉਣਾ ਹੁੰਦਾ ਜੀ। ਪਹਿਲਾਂ ਪਟਵਾਰੀ ਆ ਕੇ ਸਾਰਾ ਕੰਮ ਕਰਦੇ ਸਨ, ਕਿਹਦੇ ਹਿੱਸੇ ਕਿੰਨਾ ਆਉਂਦਾ ਹੈ, ਕਿਹਦੇ ਹਿੱਸੇ ਕਿੰਨਾ ਆਉਂਦਾ ਹੈ। ਕਹਿਣ ਲੱਗਾ ਮਹਾਰਾਜ ਪਟਵਾਰੀ ਆਇਆ ਕੱਛ ਕਰਨ ਵਾਸਤੇ, ਭਾਵ ਅਨਾਜ ਦਾ ਅਨੁਮਾਨ ਲਾਉਣ ਵਾਸਤੇ। ਹਾਂਜੀ। ਮੈਂ ਜਾਵੋ ਨਿਜ ਖੇਤੀ ਜਹਾਂ। ਤੇ ਮਹਾਰਾਜ ਮੈਂ ਉੱਥੇ ਜਾਣਾ ਜਿੱਥੇ ਮੇਰੇ ਖੇਤ ਨੇ, ਭਾਵ ਮੈਂ ਖੇਤਾਂ ਵਿੱਚ ਜਾਣਾ ਆਪਣੇ। ਹਾਂਜੀ। ਸੁਨ ਸ਼੍ਰੀ ਤੇਗ ਬਹਾਦਰ ਭਾਖਾ। ਤੇ ਇਹ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਕਹਿਣ ਲੱਗੇ, ਤਹ ਪਹੁੰਚਨ ਕੀ ਕਰਹੁ ਨਾ ਕਾਂਖਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਉੱਥੇ ਪਹੁੰਚਣ ਦੀ ਤੈਨੂੰ ਲੋੜ ਨਹੀਂ ਹੈਗੀ, ਖੇਤਾਂ ਵਿੱਚ ਜਾਣ ਦੀ ਤੈਨੂੰ ਲੋੜ ਨਹੀਂ ਹੈਗੀ, ਤੂੰ ਚਿੰਤਾ ਨਾ ਕਰ। ਹਾਂਜੀ। ਤੋਹੇ ਖੇਤ ਰੱਖਿਅਕ ਕਰਤਾਰ। ਤੇਰੇ ਖੇਤਾਂ ਦਾ ਰਾਖਾ ਕਰਤਾਰ ਹੈਗਾ। ਮਹਾਰਾਜ ਕਹਿਣ ਲੱਗੇ ਆਪੇ ਰੱਬ ਕਰਾ ਦੂ ਸਾਰਾ ਕੁਝ। ਹਾਂਜੀ। ਬਚਹਿ ਅੰਨ ਘਰ ਆਨ ਸੁਧਾਰ। ਮਹਾਰਾਜ ਕਹਿਣ ਲੱਗੇ ਹੋਰ ਸਾਰੇ ਸੁਧਾਰ ਕਰਕੇ ਤੇਰੇ ਘਰ ਅੰਨ ਖੂਬ ਬਚੇਗਾ। ਮਹਾਰਾਜ ਕਹਿਣ ਲੱਗੇ ਤੈਨੂੰ ਕਮੀ ਨਹੀਂ ਆਉਣ ਦਿੰਦੇ,
ਤੇ ਤੈਨੂੰ ਖੇਤ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂ। ਅਬ ਤੂੰ ਸਿਵਰ ਕਰਾਏ ਹਮਾਰੋ। ਤੇ ਤੂੰ ਹੁਣ ਇਹ ਕੰਮ ਕਰ। ਕਿਹੜਾ ਕੰਮ? ਮਹਾਰਾਜ ਕਹਿੰਦੇ ਸਾਡਾ ਆਸਣ ਲਵਾ ਘਰ ਵਿੱਚ, ਸਾਡੇ ਵਿਸ਼ਰਾਮ ਦਾ ਪ੍ਰਬੰਧ ਕਰ। ਹਾਂਜੀ। ਰਹੋ ਸੇਵਾ ਮਹਿ ਸਮੋ ਨ ਟਾਰਹੁ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸਮਾਂ ਨਾ ਗਵਾ। ਸੰਗਤਾਂ ਆਈਆਂ ਸੇਵਾ ਕਰ, ਸਮਾਂ ਨਾ ਗਵਾ। ਤੇ ਖੇਤਾਂ ਵਿੱਚ ਜਾਣ ਦੀ ਤੈਨੂੰ ਲੋੜ ਨਹੀਂ ਹੈਗੀ। ਹਾਂਜੀ। ਪਾਵਹਿ ਬਰਕਤ ਗੁਰੂ ਕਨੇਰੀ। ਬਸ ਇਹਦੀ ਤੇ ਲੋੜ ਹੈਗੀ ਆ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਖੁਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਖੁਦ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਤੇਰੇ ਕੰਮ ਵਿੱਚ, ਤੇਰੀ ਜਿਣਸ ਵਿੱਚ, ਫਸਲ ਵਿੱਚ ਗੁਰੂ ਬਰਕਤ ਪਾ ਦੇਗਾ। ਤੇ ਗੱਲ ਤੇ ਪਿਆਰਿਓ ਬਰਕਤ ਦੀ ਹੈ ਨਾ। ਹੁਣ ਕਈਆਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਬਰਕਤ ਹੀ ਨਹੀਂ ਪੈਂਦੀ, ਬੜੀ ਛੇਤੀ ਮੁੱਕ ਜਾਂਦੀ ਹੈ। ਤੇ ਕਈਆਂ ਦੀ ਸਾਧ ਸੰਗਤ ਜੀ ਥੋੜੀ ਹੁੰਦੀ ਹੈ ਪਰ ਉਹ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਉਹਨਾਂ ਦੀਆਂ ਚੀਜ਼ਾਂ ਵਿੱਚ ਬਰਕਤ ਹੀ ਬੜੀ ਹੁੰਦੀ ਹੈ। ਬਰਕਤ ਕਿੰਨੇ ਪਾਉਣੀ ਹੈ? ਬਰਕਤ ਸਤਿਗੁਰੂ ਜੀ ਨੇ ਪਾਉਣੀ ਹੈ। ਹੁਣ ਤੇ ਮਰਜ਼ਾਦਾਵਾਂ ਦੇ ਸਾਰੇ ਪਾਸੇ ਢਿੱਲੇ ਹੋ ਗਏ ਐ। ਪਹਿਲਾਂ ਪਾਠੀ ਸਿੰਘ ਕੜਾਹ ਪ੍ਰਸ਼ਾਦ ਵਰਤਾਉਂਦੇ ਸਨ, ਚਿੱਟੇ ਰੰਗ ਦਾ ਉੱਤੇ ਸਾਧ ਸੰਗਤ ਜੀ ਕੱਪੜਾ ਪਾ ਦੇਣਾ। ਕਿਉਂ ਪਾਉਣਾ? ਕਿਉਂਕਿ ਉਹਨਾਂ ਨੂੰ ਪਤਾ ਸੀ, ਪੁੱਛੀਦਾ ਸੀ, ਕਹਿੰਦੇ ਸੀ ਜੇ ਦੇਗ ਥੋੜੀ ਵੀ ਹੋਵੇ ਨਾ ਤੇ ਕੱਪੜਾ ਪਾ ਦੇਣਾ ਉੱਤੇ, ਆਪੇ ਗੁਰੂ ਸਾਹਿਬ ਬਰਕਤ ਪਾ ਦਿੰਦੇ ਐ। ਗੱਜ ਕੇ ਆਖੋ ਵਾਹਿਗੁਰੂ। ਗੱਲ ਤੇ ਬਰਕਤ ਦੀ ਹੈ, ਸਾਰੀ ਬਰਕਤ ਦੀ ਹੈ। ਚੀਜ਼ ਥੋੜੀ ਹੋਵੇ ਮੁੱਕੇ ਹੀ ਨਾ, ਉਹਨੂੰ ਕਹਿੰਦੇ ਬਰਕਤ। ਤੇ ਜਿੱਥੇ ਬਰਕਤ ਨਹੀਂ ਹੁੰਦੀ ਉੱਥੇ ਚੀਜ਼ਾਂ ਤੇ ਬਹੁਤ ਹੁੰਦੀਆਂ ਪਰ ਮੁੱਕ ਜਾਂਦੀ ਆ। ਮਨਮੁਖਾਂ ਦੀਆਂ ਚੀਜ਼ਾਂ ਅਕਸਰ ਹੀ ਮੁੱਕ ਜਾਂਦੀਆਂ ਨੇ। ਗੁਰਮੁਖਾਂ ਦਾ ਥੋੜਾ ਜਿਹਾ ਲੰਗਰ ਵੀ ਨਹੀਂ ਮੁੱਕਦਾ। ਮੈਂ ਇੱਕ ਪ੍ਰਮਾਣ ਕਹਿ ਕੇ ਅੱਗੇ ਚੱਲਾਂਗਾ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਪਟਨਾ ਸਾਹਿਬ ਤੋਂ ਚੱਲੇ ਐ ਤੇ ਗੰਗਾ ਦੇ ਕੰਢੇ ਜਮਨਾ ਦੇਈ ਮਾਤਾ ਰਹਿੰਦੀ ਸੀਗੀ। ਇੱਕ ਹਾਂਡੀ ਵਿੱਚ ਖਿਚੜੀ ਤਿਆਰ ਕੀਤੀ ਸੀਗੀ ਤੇ ਬਾਲਾ ਪ੍ਰੀਤਮ ਨੂੰ ਯਾਦ ਕਰਦੀ ਹੁੰਦੀ ਸੀਗੀ। ਮਹਾਰਾਜ ਜਦੋਂ ਚੱਲੇ ਤੇ ਉਹਦੇ ਘਰ ਵਿੱਚ ਗਏ। ਹੁਣ ਗੁਰੂ ਸਾਹਿਬ ਨਾਲ ਬੜੀਆਂ ਸੰਗਤਾਂ, ਸਾਥੀ ਨੇ ਬਾਲ, ਤੇ ਮਾਤਾ ਨੂੰ ਪਤਾ ਵੀ ਹਾਂਡੀ ਮੁੱਕ ਜਾਣੀ ਹੈ, ਵੀ ਮੈਂ ਤੇ ਖਿਚੜੀ ਥੋੜੀ ਬਣਾਈ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਾਲ ਅਵਸਥਾ, ਮਹਾਰਾਜ ਆਪਣੇ ਹੱਥਾਂ ਨਾਲ ਖਿਚੜੀ ਵਰਤਾਉਣ ਲੱਗ ਪਏ ਜੀ। ਜਦੋਂ ਸਤਿਗੁਰੂ ਨੇ ਆਪਣੇ ਹੱਥਾਂ ਨਾਲ ਖਿਚੜੀ ਵਰਤਾਈ, ਪਿਆਰਿਓ ਐਸੀ ਖਿਚੜੀ ਵਰਤਾਈ ਅੱਜ ਤੱਕ ਉੱਥੇ ਖਿਚੜੀ ਵਰਤ ਰਹੀ ਹੈ। ਐਸੀ ਬਰਕਤ ਪਈ ਹੈ, ਉਹ ਹਾਂਡੀ ਚੋਂ ਖਿਚੜੀ ਨਹੀਂ ਮੁੱਕੀ ਜੀ। ਬਰਕਤ ਪੈ ਜਾਣੀ, ਚੀਜ਼ ਮੁੱਕਣੀ ਨਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉਸ ਸਿੱਖ ਨੂੰ ਕਹਿਣ ਲੱਗੇ, ਸਿੱਖਾ ਸੰਗਤ ਦੀ ਸੇਵਾ ਕਰ, ਗੁਰੂ ਬਰਕਤ ਪਾ ਦੂ। ਹਾਂਜੀ। ਜੇਕਰ ਰਹਿ ਬੁੱਧ ਥਿਰ ਤੇਰੀ। ਮਹਾਰਾਜ ਕਹਿੰਦੇ ਪਰ ਬਰਕਤ ਤਾਂ ਪਏਗੀ ਜੇ ਤੇਰੀ ਬੁੱਧੀ ਥਿਰ ਰਹੇਗੀ, ਅਡੋਲ ਰਹੇਗੀ। ਤੈਨੂੰ ਆਖਿਆ ਨਾ ਜਾ ਤੇ ਤੂੰ ਰਹਿ, ਆਪੇ ਬਰਕਤ ਪੈ ਜਾਏਗੀ। ਹਾਂਜੀ। ਸੁਨ ਰਾਹਕ ਕਰ ਜੋਰ ਬਖਾਨਾ, ਆਪ ਕਰਹੁ ਬਿਸਰਾਮ ਸਥਾਨਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਬੰਦੇ ਨੂੰ ਕਿੱਥੇ ਭਰੋਸਾ ਹੈ? ਬੰਦੇ ਨੂੰ ਕਿੱਥੇ ਭਰੋਸਾ ਹੈ? ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਬਰਕਤ ਪਏਗੀ, ਪਰ ਉਹ ਹੱਥ ਜੋੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ, ਕ੍ਰਿਖੀ ਕਿਦਾਰਨ ਬਿਖੈ ਕਨੇਰੀ। ਕਹਿੰਦਾ ਮਹਾਰਾਜ ਤੁਸੀਂ ਘਰ ਵਿਸ਼ਰਾਮ ਕਰੋ ਤੇ ਖੇਤਾਂ ਵਿੱਚ ਫਸਲ ਬਹੁਤ ਹੋਈ ਹੈ। ਮਹਾਰਾਜ ਇਸ ਵਾਰ ਖੇਤਾਂ 'ਚ ਫਸਲ ਬੜੀ ਹੋਈ ਹੈ।
ਹਾਂਜੀ ਖਸ਼ਟ ਮਾਸ ਕੀ ਮਿਹਨਤ ਮੇਰੀ ਮੇਰੀ 6 ਮਹੀਨਿਆਂ ਦੀ ਮਿਹਨਤ ਹੈ ਕਹਿਣ ਲੱਗਾ। ਹਾਂਜੀ ਜੇਕਰ ਮੈਂ ਨਾ ਜਾਊਂ ਇਸ ਕਾਲਾ ਤੇ ਜੇ ਮੈਂ ਇਸ ਸਮੇਂ ਖੇਤਾਂ ਵਿੱਚ ਨਾ ਗਿਆ, ਹਾਂਜੀ, ਕੂਤਤ ਰਹੇ ਕਣ ਅੰਨ ਬਿਸਾਲਾ ਤੇ ਪਟਵਾਰੀ ਕੁਟਲਤਾ ਕਰਨਗੇ, ਭਾਵ ਹੇਰਾ ਫੇਰੀ ਕਰ ਜਾਣਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨੂੰ ਗੁਰੂ ਸਾਹਿਬ ਦੇ ਬਚਨ ਤੇ ਨਹੀਂ ਹੀ ਭਰੋਸਾ ਜੀ। ਅੱਗੋਂ ਕੀ ਹੋਏਗਾ ਆਪਾਂ ਕੱਲ ਸੁਣਾਂਗੇ। ਮੈਂ ਇੱਕ ਬਚਨ ਕਹਿ ਕੇ ਮਾਫੀ ਮੰਗ ਲੈਣਾ, ਟਾਈਮ ਹੋ ਗਿਆ। ਮਹਾਰਾਜ ਇਸੇ ਤਰ੍ਹਾਂ ਇੱਕ ਪਿੰਡ ਵਿੱਚ ਗਏ ਤੇ ਹੋਰ ਪਿੰਡ ਵਾਲੇ ਤੇ ਆਏ ਨਹੀਂ, ਤੇ ਇੱਕ ਪਿੰਡ ਦੀ ਮਾਤਾ ਨੇ ਵੇਖ ਲਿਆ ਵੀ ਕੋਈ ਰੱਬੀ ਰੂਹ ਬੈਠੀ ਹੈ। ਉਹਨੇ ਕੁਝ ਦਾਣੇ ਮਹਾਰਾਜ ਨੂੰ ਲਿਆ ਕੇ ਭੇਟਾ ਕੀਤੇ ਜੀ। ਭੜੋਲੀ ਚੋਂ ਕੱਢ ਕੇ ਦਾਣੇ ਲਿਆ ਕੇ ਭੇਟਾ ਕੀਤੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਿਆ। ਮਹਾਰਾਜ ਕਹਿੰਦੇ ਮਾਤਾ ਆ ਕੀ? ਕਹਿਣ ਲੱਗੀ ਮਹਾਰਾਜ ਮੇਰੇ ਕੋਲ ਜੋ ਵੀ ਹੈਗਾ ਮੈਂ ਅੱਗੇ ਧਰ ਦਿੱਤਾ, ਤੁਹਾਡੇ ਚਰਨਾਂ 'ਚ ਭੇਟਾ ਕਰਤਾ, ਹੁਕਮ ਕਰੋ ਤੇ ਮੈਂ ਪਕਾ ਕੇ ਲੈ ਕੇ ਆਉਣੀ ਆ। ਮਹਾਰਾਜ ਕਹਿੰਦੇ ਮਾਤਾ ਅਸੀਂ ਛੇਤੀ ਜਾਣਾ, ਪਕਾਉਣ ਵਿੱਚ ਤੇ ਸਮਾਂ ਲੱਗੇਗਾ। ਦਾਣੇ ਅਸੀਂ ਕਿੱਥੇ ਨਾਲ ਲਈ ਫਿਰਾਂਗੇ? ਤੇਰੇ ਦਿੱਤੇ ਦਾਣੇ ਸਾਨੂੰ ਪ੍ਰਵਾਨ ਹੈ, ਤੇ ਘਰ ਲੈ ਜਾ ਤੇ ਭੜੋਲੀ ਚ ਪਾ ਦੇ ਵਾਪਸ। ਮਹਾਰਾਜ ਕਹਿੰਦੇ ਪ੍ਰਵਾਨ ਹੈ। ਕਹਿਣ ਲੱਗੀ ਮਹਾਰਾਜ ਸੇਵਾ ਨਹੀਂ ਹੋਈ ਕੋਈ। ਮਹਾਰਾਜ ਕਹਿੰਦੇ ਤੂੰ ਬਚਨ ਮੰਨ, ਭੜੋਲੀ ਦੇ ਵਿੱਚ ਦਾਣੇ ਪਾ ਦੇ ਤੇ ਭੜੋਲੀ ਨੂੰ ਉੱਤੋਂ ਢੱਕ ਦੀ। ਮਹਾਰਾਜ ਕਹਿੰਦੇ ਤੇ ਥੱਲੋਂ ਦਾਣੇ ਕੱਢ ਲਿਆ ਕਰੀ, ਗੁਰੂ ਨਾਨਕ ਸਾਹਿਬ ਬਰਕਤ ਪਾਉਣਗੇ। ਭੜੋਲੀ ਚੋਂ ਦਾਣੇ ਹੀ ਨਹੀਂ ਕਦੀ ਮੁੱਕਣਗੇ। ਪਰ ਇੱਕ ਕੰਮ ਕਰਨਾ, ਸਾਰਾ ਜੀਵਨ ਜਿੰਨਾ ਚਿਰ ਤੱਕ ਸੰਸਾਰ ਹੈ ਉਸ ਭੜੋਲੀ ਦਾ ਢੱਕਣ ਨਹੀਂ ਚੁੱਕਣਾ। ਸਤਿਗੁਰੂ ਨੇ ਇਹ ਬਚਨ ਕਰਤਾ। ਉਹਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਕੀਤਾ, ਦਾਣੇ ਭੜੋਲੀ ਚ ਪਾ ਤੇ ਉੱਤੋਂ ਭੜੋਲੀ ਢੱਕ ਦਿੱਤੀ। ਉਹ ਹੁਣ ਕੱਢਿਆ ਕਰੇ, ਭੜੋਲੀ ਮੁੱਕੇ ਨਾ, ਦਾਣੇ ਨਿਕਲੀ ਆਉਣ ਨਿਕਲੀ ਆਉਣ। ਨਹੁੰ ਆਈ ਨਵੀਂ, ਉਹਨੂੰ ਪਤਾ ਨਹੀਂ। ਉਹ ਕਹਿਣ ਲੱਗੀ ਭੜੋਲੀ ਚ ਦਾਣੇ ਪਾਉਂਦੇ ਨਹੀਂ ਹੈ, ਢੱਕਣ ਕਦੀ ਚੁੱਕਦੇ ਨਹੀਂ ਹੈ, ਵੇਖਾਂ ਤੇ ਸਹੀ ਕਿੰਨੇ ਕ ਦਾਣੇ ਰਹਿ ਗਏ ਆ। ਤੇ ਜਦੋਂ ਉਹਨੇ ਭੜੋਲੀ ਦਾ ਢੱਕਣ ਚੁੱਕਿਆ ਤੇ ਸਾਧ ਸੰਗਤ ਦਾਣੇ ਉਹਨੇ ਹੀ ਸੀ ਜਿੰਨੇ ਸੱਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਭੇਟਾ ਕੀਤੇ ਸੀਗੇ ਜੀ। ਉਹ ਫਿਰ ਦਾਣੇ ਮੁੱਕ ਗਏ ਜੀ। ਜੇ ਤੇ ਗੁਰੂ ਦਾ ਬਚਨ ਰਵੇ ਉਵੇਂ ਤੇ ਫਿਰ ਬਰਕਤ ਰਹਿੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਜਾ, ਸੰਗਤ ਦੀ ਸੇਵਾ ਕਰ, ਬਰਕਤ ਪਈ ਰਹੇਗੀ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰਪੁਰਬ ਘਰਾਂ ਵਿੱਚ ਬੈਠ ਕੇ ਕਥਾ ਸੁਣ ਕੇ ਮਨਾਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।